पुलिस की वर्दी पा के फौजियां वाली वर्दी पा के खालिस्तानी आए, गोलियां चलाइयां, स्टेन गन्ना बंब उन्होंने कोले सारा कुछ सीगा। मेघराज भगतूआना तक अगे जाके मारिया उन्होंने, मेरे पापे नूं तां उन्हां दे मगर भज्जिया। जिहड़ी उत्थे औरतां दे विच सीगी उहने ललकार के कहा, कुत्तिओ तुसीं इन्हां नूं क्यों मार दिओ, मेरे पुत्तां नूं मेरे गोली मारो। इस प्रोटेस्ट में मैं इसलिए हूँ क्योंकि जब मैं 16 दिन की थी मेरे डैड को टेररिस्ट ने मार दिया था और उन्होंने एक लेटर लिखी थी मेरे लिए। वेलकम टू द वर्ल्ड माय डार्लिंग डॉटर, व्हाइल intimating to me a news of your birth, your grandmother did not express the joy that she undoubtedly would have shown had a son been born in your place. For I am aware that in the present social system, a girl considered a burden. My baby, in the moment of your birth, your father engaged in a battle against the forces of darkness. The struggle is on the emancipation of children, of women who are forced to sell their bodies in order to feed their bellies, of workers who trade their blood for the bread, of peasants growing under the crushing burden of debt. My darling young one, I can't be certain that in this search for light, I too will not be done away with. Whatever may happen to me, my little one, you will forever be proud to be born to a father who battled against the evil storm. ਅਸੀਂ ਇੱਥੇ ਜਾਨੀ ਕਿ 5 ਵਜੇ ਉੱਠਦੇ ਹਾਂ ਸਵੇਰੇ। 5 ਵਜੇ ਉੱਠ ਕੇ ਪਹਿਲਾਂ ਅਸੀਂ ਨਹਾਉਣ ਧੋਣ ਦਾ ਕਰਦੇ ਹੈਗੇ ਆ, ਫਿਰ ਅਸੀਂ ਚਾਹ ਪੀਂਦੇ ਹਾਂ। ਚਾਹ ਪੀਣ ਤੋਂ ਬਾਅਦ ਕੋਈ ਅਖਬਾਰ ਦੇਖ ਲਿਆ, ਕੋਈ ਫੇਸਬੁੱਕ ਦੇਖ ਲਿਆ ਕਿ ਕਿਸ ਤਰ੍ਹਾਂ ਦੀ ਕੋਈ ਖਬਰ ਹੈ, ਕੀ ਨਵੀਂ ਗੱਲ ਹੈਗੀ ਹੈ, ਉਹਨੂੰ ਜਾਣਦੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਜਾਨੀ ਕਿ ਤਿਆਰ ਹੋ ਕੇ ਦਫ਼ਤਰ ਚਲੇ ਜਾਂਦੇ ਹਾਂ। ਦਫ਼ਤਰ ਸਾਡੀ ਮੀਟਿੰਗ ਹੁੰਦੀ ਹੈ 9 ਵਜੇ, ਉਹ ਮੀਟਿੰਗ ਦੇ ਵਿੱਚ ਬੈਠਦੇ ਹੈਗੇ ਆ। ਉਸ ਤੋਂ ਬਾਅਦ ਅਸੀਂ 11:30 ਵਜੇ ਸਟੇਜ 'ਤੇ ਚਲੇ ਜਾਂਦੇ ਹਾਂ। ਸਟੇਜ ਸਾਡੀ 11:30 ਸ਼ੁਰੂ ਹੋ ਜਾਂਦੀ ਹੈਗੀ ਹੈ ਅਤੇ 3:30 ਵਜੇ ਤੱਕ ਸਟੇਜ ਚੱਲਦੀ ਹੈ। ਮੈਂ ਜਾਨੀ ਕਿ 14 ਸਾਲ ਤੋਂ ਇੱਧਰ ਕੰਮ ਕਰਨ ਲੱਗੀ ਸੀਗੀ। ਮੇਰੇ ਪਾਪਾ ਨੂੰ ਜਦੋਂ ਤੋਂ ਸ਼ਹੀਦ ਕੀਤਾ ਸੀਗਾ, ਉਦੋਂ ਤੋਂ ਹੀ ਮੈਨੂੰ ਇਹ ਗੱਲ ਐਂ ਲੱਗਦੀ ਸੀ ਕਿ ਜੇ ਮੇਰੇ ਪਾਪਾ ਨੂੰ ਸ਼ਹੀਦ ਕੀਤਾ ਗਿਆ, ਸਾਡੇ ਤੋਂ ਖੋਇਆ ਗਿਆ ਹੈਗਾ, ਕਿ ਇਹ ਜਿਹੜਾ ਇਹਨਾਂ ਨੇ ਝੰਡਾ ਚੱਕਿਆ ਹੋਇਆ ਸੀ ਇਹ ਡਿੱਗਣ ਨਹੀਂ ਦੇਵਾਂਗੇ, ਇਹਨਾਂ ਦੇ ਰਾਹ 'ਤੇ ਅੱਗੇ ਤੁਰਾਂਗੇ। ਉਦੋਂ ਤੋਂ ਲੈ ਕੇ ਮੈਂ ਤੁਰ ਰਹੀ ਹਾਂ। ਮੈਂ ਖੇਤ ਮਜ਼ਦੂਰਾਂ 'ਚ ਵੀ ਕੰਮ ਕੀਤਾ, ਦਲਿਤਾਂ ਦੇ ਵਿੱਚ ਵੀ ਕੰਮ ਕੀਤਾ, ਖੇਤ ਮਜ਼ਦੂਰ ਔਰਤਾਂ 'ਚ ਵੀ ਕੰਮ ਕੀਤਾ। 2006 ਦੇ ਵਿੱਚ ਮੇਰੀ ਮੈਰਿਜ ਹੋਈ। ਮੈਰਿਜ ਤੋਂ ਬਾਅਦ ਮੇਰਾ ਇੱਕ ਬੇਟਾ, ਉਹ ਮੇਰਾ ਤਲਾਕ ਹੋਇਆ। ਮੈਂ ਆਪਣੇ ਪਿੰਡ ਫਿਰ ਵਾਪਸ ਆਪਣੇ ਪੇਕੇ ਆਈ। ਮੇਰਾ ਬੇਟਾ 2.5 ਸਾਲ ਦਾ ਸੀ ਜਦੋਂ ਦਾ ਉਹ ਮੇਰੀ ਮੰਮੀ ਕੋਲ ਹੈ। ਮੈਂ ਨਹੀਂ ਉਹਨੂੰ ਵੱਡਾ ਕੀਤਾ, ਨਾ ਮੈਂ ਉਹਨੂੰ ਪਾਲਿਆ, ਨਾ ਮੈਂ ਉਹਨੂੰ ਨਮਾਇਆ, ਨਾ ਮੈਂ ਉਹਨੂੰ ਤਿਆਰ ਕੀਤਾ, ਨਾ ਮੈਂ ਉਹਨੂੰ ਸਕੂਲ ਭੇਜਿਆ, ਨਾ ਹੀ ਮੈਂ ਉਹਦੀਆਂ ਕੋਈ ਤੁਤਲੀਆਂ ਆਵਾਜ਼ਾਂ ਨੂੰ ਸੁਣਿਆ ਹੈਗਾ। ਮੇਰੀ ਠੀਕ ਹੈ ਮੈਰਿਜ ਨਹੀਂ ਕਾਮਯਾਬ ਰਹੀ। ਇਹ ਜ਼ਰੂਰੀ ਨਹੀਂ ਹੁੰਦਾ ਕਿ ਮੈਰਿਜ ਹੀ ਸਭ ਤੋਂ ਵੱਡੀ ਹੁੰਦੀ ਹੈ, ਹੋਰ ਕੰਮ ਵੀ ਬੰਦੇ ਦੇ ਹਿੱਸੇ ਹੁੰਦੇ ਆ ਜਿਹੜੇ ਉਹਨੇ ਕਰਨੇ ਹੁੰਦੇ ਆ। गदरी बाबियों के बीच में मेरा बचपन बीता है और मैं सोशल कॉन्सेप्ट्स के ऊपर प्लेस करती थी भाई मन्ना सिंह के साथ। एक नुक्कड़ नाटक होते हैं सोसाइटी को कुछ बताने के लिए, तो मैं उनमें भी परफॉर्म करती थी। तो एक्टिंग का शौक़ भी मुझे वहाँ से ही पैदा हुआ था। मेरा प्रोफेशन तो अब बन चुका है, बाकी बेसिकली तो खून तो इनकलाबी है। जो लड़ रहे हैं, अंदोलन कर रहे हैं, ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਏ। ਸਰਕਾਰ ਨੂੰ ਵੀ ਪਤਾ, ਕੋਈ ਭੁਲੇਖਾ ਨਹੀਂ ਹੈਗਾ
ਕਿਉਂਕਿ ਉਹਨੂੰ ਪਤਾ ਹੈ ਕਿ ਅਸੀਂ ਇਹ ਕਾਲੇ ਕਾਨੂੰਨ ਲੈ ਕੇ ਆਂਦੇ ਤੇ ਲੋਕ ਇਹਦਾ ਵਿਰੋਧ ਕਰਨਗੇ ਤੇ ਲੋਕਾਂ ਤੇ ਇਸ ਗੱਲ ਦਾ ਠੱਪਾ ਲਾਉਣ ਵਾਸਤੇ ਕਿ ਇਹ ਤਾਂ ਜੀ ਖਾਲਿਸਤਾਨੀ ਹੈ, ਇਹ ਤਾਂ ਦੇਸ਼ ਧਰੋਹੀ ਹੈ, ਇਹ ਤਾਂ ਦਹਿਸ਼ਤਗਰਦ ਹੈ, ਕਿ ਇਸ ਗੱਲ ਨਾਲ ਬਦਨਾਮ ਕਰ ਦਿਓ ਇਹਨਾਂ ਨੂੰ। ਪਰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਸਭ ਤੋਂ ਵੱਡਾ ਖਾਲਿਸਤਾਨੀ, ਸਭ ਤੋਂ ਵੱਡਾ ਦਹਿਸ਼ਤਗਰਦ, ਸਭ ਤੋਂ ਵੱਡਾ ਦੇਸ਼ ਧਰੋਹੀ ਤਾਂ ਮੋਦੀ ਖੁਦ ਆਪ ਹੈ, ਜਿਹੜਾ ਪੂਰੇ ਮੁਲਕ ਨੂੰ ਸਾਮਰਾਜੀਆਂ ਨੂੰ ਵੇਚ ਰਿਹਾ ਹੈ, ਕਾਰਪੋਰੇਟ ਘਰਾਣਿਆਂ ਨੂੰ ਵੇਚ ਰਿਹਾ ਹੈ। ਤੇ ਉਹ ਮੋਦੀ ਦੀ ਇਹ ਚਾਲ ਇੱਥੇ ਚੱਲੀ ਨਹੀਂ। WhatsApp ਬਾਰੇ ਇੱਕ ਅਪਡੇਟ ਕੱਢ ਰਹੇ ਜਿਹਦੇ ਨਾਲ ਉਹ ਆਪਣਾ ਕੁਝ ਡਾਟਾ ਦੇਖ ਸਕਦੇ ਆ। ਹੁਣ Facebook ਤੇ ਜੀ ਉਹਨੇ ਆਪਣੀ ਦੋਸਤੀ ਤਾਂ ਨਿਭਾਉਣੀ ਹੈ ਤੇ ਹੋ ਸਕਦਾ ਹੈ ਅੱਗੇ ਜਾ ਕੇ ਅੰਬਾਨੀ ਦੇ ਗਰੁੱਪ ਨੂੰ ਆਪਣਾ WhatsApp ਵਾਲਾ ਡਾਟਾ 24 ਜੋ ਮੁੱਦੀ ਹਕੂਮਤ ਹੈ ਇਹ ਫਾਸ਼ੀਵਾਦ ਹੈ, ਕਿਸੇ ਦੀ ਆਵਾਜ਼ ਹੀ ਨਹੀਂ ਖੁੱਲਣ ਦੇ ਰਹੀ ਕਿ ਇਸ ਕਰਕੇ ਜਾਨੀ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ ਚਾਹੁੰਦੇ, ਉਹਨਾਂ ਦੀ ਜ਼ੁਬਾਨ ਬੰਦ ਕਰਨਾ ਚਾਹੁੰਦੇ, ਇਸ ਕਰਕੇ ਲੜਾਈ ਵੱਡੀ ਹੈ। जो पुलिस वाले इन्होंने हमारे खिलाफ लगा रखे हैं उनको भी खाना खिलाते हैं, तो ये टेररिस्ट का काम होता है। टेररिस्ट का तो इन लोगों का काम है जो लोग हमारे ऊपर, हमारे बुजुर्गों के ऊपर ठंडा पानी फेंक रहे हैं और आंसू गोले की गैस फेंक रहे हैं, उनको हर्ट कर रहे हैं। ये किसी को भी नहीं सही बोलते हैं, इनको लगता है कि इनकी आइडियोलॉजीज़ ही सही हैं, बाकी सारे गलत हैं, क्योंकि इनके कॉर्पोरेट सेक्टर्स हैं, इनको पैसा कमाना है, ये बिजनेस माइंडेड पीपल हैं, इनकी सरकारें पैसे से बनती हैं। मैं कल ट्रैक्टर चलाया सी। आपने? हाँ, मैं वो औरतों ਨੂੰ ਬਿਠਾ ਕੇ ਲੈ ਕੇ ਆਈ ਸੀ ਟਰੈਕਟਰ ਤੇ। ਇਹ ਜਿਹੜੀਆਂ ਨੀਤੀਆਂ ਨੇ ਨਾ, ਇਹ ਸਾਮਰਾਜ ਦੀਆਂ ਨੀਤੀਆਂ ਨੇ। ਜਿਵੇਂ ਸਾਡੇ ਚਾਹੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੋਵੇ, ਚਾਹੇ ਨਰਿੰਦਰ ਮੋਦੀ ਹੋਵੇ, ਇਹਨਾਂ ਦੇ ਰਾਹੀਂ ਉਹ ਲਾਗੂ ਕਰਾਉਂਦੇ ਨੇ। ਸਾਡਾ ਕੋਈ ਮੋਦੀ ਨਾਲ ਵਿਅਕਤੀਗਤ ਰੌਲਾ ਤਾਂ ਹੈ ਨਹੀਂ, ਜਾਤੀ ਰੌਲਾ ਕੋਈ ਨਹੀਂ, ਸਾਡਾ ਰੌਲਾ ਜਮਾਤੀ ਹੈ। ਉਹ ਲਟੇਰੀ ਜਮਾਤ ਦਾ ਸੰਦ ਹੈ ਤੇ ਅਸੀਂ ਲੁੱਟੇ ਜਾਣ ਵਾਲੇ ਲੋਕ ਹਾਂ। ਆਪਾਂ ਨੂੰ ਵੈਸੇ ਹੀ ਔਖੀਆਂ ਨੇ, ਜ਼ਿਲ੍ਹੇ ਵਾਲਿਆਂ ਨੂੰ ਪਤਾ ਕਿ ਸਾਡੀਆਂ ਕਿੰਨੀਆਂ ਔਰਤਾਂ ਆਈਆਂ, ਕਿੰਨੀਆਂ ਕੋਲੇ ਚੁਣੀਆਂ ਹੈਗੀਆਂ। एक इंसानियत के तौर पे एक पीएम का ओहदा जब आप लेते हो, आप एक परेड में जाते हो, आप कसम खाते हो कि आज के बाद इस देश के लिए मैं सोचूंगा, इसकी हित के लिए मैं सोचूंगा, इसके एक एक नागरिक के बारे में मैं सोचूंगा कि किसी को कोई प्रॉब्लम ना फेस हो। तो आज जो फार्मर्स हैं, जो हमें फूड प्रोवाइड करते हैं, हम जिसकी रोटी ले खा के रात को सोते हैं, तो क्या बात है कि उनको यहाँ पे आके विजिट नहीं करना चाहिए, ना कि कॉर्पोरेट कंपनीज का सपोर्ट करना चाहिए। क्या फ़र्क रह गया भगत सिंह ने हमारी आज़ादी दिलवाई थी आज में और तब में? ये तो वही लड़ाई हो गई ना अंग्रेज़ों के साथ, वही सेम बिल्स हैं। सच्चे लोकी सच दी खातर पींदे आए चक्की काली भोरी रात तो सानू। ਔਰਤਾਂ ਦੀ ਜਿਹੜੀ ਸ਼ਮੂਲੀਅਤ ਉਹ ਜ਼ਰੂਰੀ ਹੈ। ਔਰਤਾਂ ਦਾ ਲੜ ਬਰਾਬਰ ਲੈ ਕੇ ਆਉਣ ਦੇ ਵਾਸਤੇ ਕਿ ਔਰਤਾਂ ਸਮਾਜ ਦਾ ਉਹ ਹਿੱਸਾ ਨੇ ਜਿਹੜੀਆਂ ਦੂਰੀ ਗੁਲਾਮੀ ਭੋਗਦੀਆਂ ਨੇ। ਇੱਕ ਸਮਾਜਿਕ ਗੁਲਾਮੀ ਜਿਹੜੀ ਮਰਦ ਵੀ ਭੋਗਦਾ ਤੇ ਔਰਤ ਵੀ ਭੋਗਦਾ, ਤੇ ਦੂਸਰੀ ਮਰਦ ਦੀ ਗੁਲਾਮੀ। ਅਸੀਂ ਇਸ ਗੁਲਾਮੀ ਚੋਂ ਬਾਹਰ ਨਿਕਲਣ ਵਾਸਤੇ ਜਮਾਤੀ ਸੰਘਰਸ਼ਾਂ 'ਚ ਆਉਣਾ ਜ਼ਰੂਰੀ ਹੈ। ਇਹ ਸਮਾਜ ਵੱਲੋਂ ਲੜੀ ਜਾ ਰਹੀ ਲੜਾਈ ਹੈ ਤੇ ਇਹਦੇ ਵਿੱਚ ਔਰਤ ਹੈ ਜਿਹੜੀ ਉਹ ਅੱਧ ਦਾ ਹਿੱਸਾ ਹੈਗੀ ਹੈ। ਜੇ ਅੱਧੀ ਤਾਕਤ ਘਰਾਂ 'ਚ ਰਹਿੰਦੀ ਹੈ, ਇਸ ਸਮਾਜ 'ਚ ਔਰਤਾਂ ਨੂੰ ਕੀ ਸਮਝਿਆ ਜਾਂਦਾ ਹੈ? ਇਸ ਸਮਾਜ ਦੇ ਜਿਹੜੀ ਮਨੂਸਮ੍ਰਿਤੀ ਹੈ ਜਾਂ ਇੱਥੋਂ ਦੀਆਂ ਧਾਰਮਿਕ ਸੰਸਥਾਵਾਂ ਨੇ ਜਾਂ ਇੱਥੋਂ ਦੀਆਂ ਹੋਰ ਸੰਸਥਾਵਾਂ ਨੇ, ਉਹਨਾਂ ਵੱਲੋਂ ਇਹ ਸਮਝਿਆ ਜਾਂਦਾ ਹੈ ਕਿ ਇਹ ਔਰਤਾਂ ਦੀ ਤਾਂ ਗਿੱਚੀ ਪਿੱਛੇ ਮੱਤ ਹੈ, ਇਹਨਾਂ ਨੂੰ ਤਾਂ ਪੈਰ ਦੀ ਜੁੱਤੀ ਦੇ ਥੱਲੇ ਰੱਖਿਆ ਜਾਣਾ ਚਾਹੀਦਾ। ਪਰ ਅਸੀਂ ਇਹ ਕਹਿੰਦੇ ਕਿ ਨਹੀਂ, ਔਰਤਾਂ ਵੀ ਮਰਦ ਵਾਂਗ ਉਹਨਾਂ ਦਾ ਵੀ ਇਹ ਹੱਕ ਹੈ ਕਿ ਉਹ ਸੰਘਰਸ਼ ਕਰਨ, ਆਪਦੀ ਬਰਾਬਰਤਾ ਦੀ ਜ਼ਿੰਦਗੀ ਲਈ, ਆਪਦੀ ਚੰਗੀ ਜ਼ਿੰਦਗੀ ਦੇ ਲਈ ਉਹ ਲੜਨ। ਜਾਣੀ ਕਿ ਉਹ ਪ੍ਰੇਰਨਾ ਤਾਂ ਉਹਨਾਂ ਨੇ ਲਈ ਹੈਗੀ ਹੈ ਕਿ ਜੇ ਇਹ ਹਰਿੰਦਰ ਬਿੰਦੂ ਆਪਣਾ ਬੱਚਾ ਛੱਡ ਕੇ, ਆਪਣਾ ਘਰ-ਬਾਰ ਛੱਡ ਕੇ ਆਏ ਕਿਸਾਨਾਂ ਲਈ, ਔਰਤਾਂ ਲਈ ਕੰਮ ਕਰ ਰਹੀ ਹੈ, ਫਿਰ ਅਸੀਂ ਪਰਿਵਾਰਾਂ 'ਚ ਅਸੀਂ ਕਿਉਂ ਨਹੀਂ ਤੁਰ ਸਕਦੇ? ਅਸੀਂ ਆਪਣੇ ਬੱਚਿਆਂ ਲਈ ਕਿਉਂ ਨਹੀਂ ਲੜ ਸਕਦੇ? ਸਾਨੂੰ ਵੀ ਇਹ ਕੰਮ ਕਰਨਾ ਚਾਹੀਦਾ। ਸਰਕਾਰ ਦੀਆਂ ਸੰਸਥਾਵਾਂ, ਸੁਪਰੀਮ ਕੋਰਟ, ਇਹ ਔਰਤਾਂ ਨੂੰ ਸਮਝਦੇ ਕੀ ਹੈ? ਇਹਨਾਂ ਦਾ ਨਜ਼ਰੀਆ ਕੀ ਹੈ ਔਰਤਾਂ ਪ੍ਰਤੀ? ਇਹ ਕਹਿੰਦੇ ਆ ਕਿ ਇੱਥੇ ਜਿਹੜੀਆਂ ਔਰਤਾਂ ਲਿਆਂਦੀਆਂ ਗਈਆਂ ਨੇ ਇਹ ਬੰਦੂਆ ਬਣਾਈਆਂ ਹੋਈਆਂ ਨੇ, ਇਹ ਧੱਕੇ ਨਾਲ ਰੱਖੀਆਂ ਹੋਈਆਂ ਨੇ। ਇਹ ਇੱਥੋਂ ਦੀ ਸੁਪਰੀਮ ਕੋਰਟ ਕਹਿੰਦੀ ਹੈ।
ਅਸੀਂ ਉਹ ਸੁਪਰੀਮ ਕੋਰਟ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਇਹ ਚਿੱਠੀ ਜਾਰੀ ਕੀਤੀ ਹੈ ਇਹਨੂੰ ਮੁੜ ਆਪਦੀ ਜੇਲ੍ਹ 'ਚ ਪਾ ਤੇ ਅਸੀਂ ਉਦੋਂ ਤੱਕ ਰਵਾਂਗੇ ਇੱਥੇ ਜਦੋਂ ਤੱਕ ਇਹ ਸੰਘਰਸ਼ ਜਿੱਤਿਆ ਨਹੀਂ ਜਾਂਦਾ ਤੇ ਜਿੱਤ ਕੇ ਹੀ ਵਾਪਸ ਜਾਵਾਂਗੇ। ਇਹ ਅਸੀਂ ਸੁਪਰੀਮ ਕੋਰਟ ਨੂੰ ਦੱਸਣਾ ਚਾਹੁੰਦੇ ਹਾਂ। ਤੇ ਸੁਪਰੀਮ ਕੋਰਟ ਦੇ ਉਸ ਜੱਜ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀ ਤੂੰ ਔਰਤਾਂ ਪ੍ਰਤੀ ਤੇਰਾ ਨਜ਼ਰੀਆ ਇਹ ਨਜ਼ਰੀਆ ਬਦਲੋ। ਕਿਵੇਂ ਉਹਨਾਂ ਨੇ ਇਸ ਅੰਦੋਲਨ ਦੇ ਵਿੱਚ ਆਪਦਾ ਯੋਗਦਾਨ ਪਾਇਆ। ਪਹਿਲਾਂ ਮੈਂ ਉਹਨੂੰ ਯਾਨੀ ਕਿ 5 ਨਵੰਬਰ ਨੂੰ ਗਈ ਸੀ ਮੈਂ ਆਪਣੇ ਪਿੰਡ। ਮੇਰੇ ਬੇਟੇ ਦਾ ਮੈਨੂੰ ਫੋਨ ਆਉਂਦਾ ਹੈ ਕਿ ਮੰਮੀ ਤੁਸੀਂ ਇੱਥੇ ਡਟੋ, ਤੁਸੀਂ ਇੱਥੇ ਜ਼ੋਰ ਨਾਲ ਕੰਮ ਕਰੋ, ਕੋਈ ਗੱਲ ਨਹੀਂ, ਮੇਰਾ ਜੀ ਲੱਗਿਆ ਹੋਇਆ, ਮੈਂ ਤੁਹਾਨੂੰ ਫੋਨ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਾਂ ਹੋਰਾਂ ਤੇ ਤੁਹਾਨੂੰ ਦੇਖਦਾ ਤੇ ਮੇਰੇ ਵੱਲੋਂ ਜਾਨੀ ਕਿ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਜ਼ੋਰ ਨਾਲ ਇੱਧਰ ਕੰਮ ਕਰੋ, ਕੋਈ ਗੱਲ ਨਹੀਂ, ਜਦੋਂ ਸੰਘਰਸ਼ ਜਿੱਤੋਗੇ ਉਦੋਂ ਆਪਾਂ ਮਿਲਾਂਗੇ।